Hey there, this is Simran from Simran Al's Academy. Welcome to my YouTube channel. So here I'm back after a long break of 1 year. हाँ जी, so ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਮੈਂ YouTube ਤੇ ਉੱਤੇ ਪਿਛਲੇ 1 ਸਾਲ ਤੋਂ ਕੁਝ ਵੀ ਅਪਲੋਡ ਨਹੀਂ ਕੀਤਾ ਕਿਉਂਕਿ I was focusing on my career, I was working hard to achieve my goal, and here I'm back after achieving my goal and I am in my dream country, that is Canada. ਸੋ ਪਿਛਲੇ 1 ਸਾਲ ਦੇ ਵਿੱਚ ਮੈਂ ਬਹੁਤ ਮਿਹਨਤ ਕੀਤੀ ਐਂਡ ਦ ਮਿਹਨਤ ਮੇਰੀ ਰੰਗ ਲਿਆਈ, ਜਿਸ ਦੇ ਵਿੱਚ ਮੈਂ ਮਿਹਨਤ ਕੀਤੀ ਸੀਗੀ ਆਪਣੀ ਡ੍ਰੀਮ ਕੰਟਰੀ ਦੇ ਵਿੱਚ ਆਉਣ ਵਾਸਤੇ, ਜਿਹਦੇ ਵਾਸਤੇ ਮੈਨੂੰ ਥੋੜਾ ਫੋਕਸ ਕਰਨਾ ਪੈਣਾ ਸੀ ਮੇਰੀ ਸਟੱਡੀ ਦੇ ਉੱਪਰ, ਮੇਰੀ ਜੌਬ ਦੇ ਉੱਪਰ, ਬਿਕਾਜ਼ ਆਈ ਹੈਡ ਟੂ ਗੈਟ ਮਾਈ ਪੁਆਇੰਟਸ ਐਂਡ ਐਵਰੀਥਿੰਗ। ਐਂਡ ਹੇਅਰ ਆਈ ਐਮ ਕੈਨੇਡਾ ਦੇ ਵਿੱਚ, ਜੋ ਜਿੱਥੇ ਮੈਂ ਆਈ ਹਾਂ ਪਰਮਨੈਂਟ ਰੈਜ਼ੀਡੈਂਟ ਬਣ ਕੇ ਇੰਡੀਆ ਤੋਂ। ਸੋ ਮੈਂ ਸੋਚਿਆ ਕਿ ਮੈਂ ਆਪਣਾ ਗੋਲ ਅਚੀਵ ਕਰ ਲਿਆ ਐਂਡ ਮੈਂ ਅੱਗੇ ਵੀ ਆਪਣਾ ਗੋਲ ਅਚੀਵ ਕਰਨ ਵੱਲ ਮਿਹਨਤ ਕਰ ਰਹੀ ਹਾਂ, ਤਾਂ ਕਿਉਂ ਨਾ ਮੈਂ ਉਹਨਾਂ ਲੋਕਾਂ ਦੀ ਵੀ ਹੈਲਪ ਕਰਾਂ ਜੋ ਕਿ ਆਪਣੇ ਸੁਪਨਿਆਂ ਦੇ ਦੇਸ਼ ਵਿੱਚ ਆਉਣਾ ਚਾਹੁੰਦੇ ਨੇ, ਜੋ ਕਿ ਕੈਨੇਡਾ ਆਉਣਾ ਚਾਹੁੰਦੇ ਨੇ, ਚਾਹੇ ਉਹ ਕੋਈ ਤਰੀਕਾ ਹੋਵੇ ਟੂਰਿਸਟ ਵੀਜ਼ਾ ਦਾ, ਚਾਹੇ ਵਿਜ਼ਿਟਰ ਵੀਜ਼ਾ ਦਾ, ਚਾਹੇ ਸਟੂਡੈਂਟ ਵੀਜ਼ਾ ਦਾ, ਜਾਂ ਚਾਹੇ ਇੱਕ ਪਰਮਨੈਂਟ ਰੈਜ਼ੀਡੈਂਟ ਬਣ ਕੇ ਆਉਣਾ ਚਾਹੁੰਦੇ ਨੇ। ਸੋ ਅੱਜ ਦੀ ਮੇਰੀ ਵੀਡੀਓ ਹੈ ਮੇਰੀ ਜਰਨੀ to become a permanent resident from outside of Canada, that is from India. So yes, I became permanent resident of Canada from India, and ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪਣੀ ਜਰਨੀ ਸ਼ੇਅਰ ਕਰੂੰਗੀ ਕਿ ਕਿੱਦਾਂ ਕਿਹੜੇ ਸਟੈਪ ਦੇ ਉੱਤੇ ਤੁਹਾਨੂੰ ਕੀ ਕਰਨਾ ਪੈਂਦਾ ਹੈ ਐਂਡ ਮੈਨੂੰ ਕੀ ਕਰਨਾ ਪਿਆ ਕਿ ਮੈਂ ਕੈਨੇਡਾ ਦੇ ਵਿੱਚ ਇੱਕ ਪਰਮਨੈਂਟ ਰੈਜ਼ੀਡੈਂਟ ਬਣ ਕੇ ਆ ਸਕੀ। ਸੋ ਆਪਾਂ ਨੂੰ ਜਿਵੇਂ ਪਤਾ ਹੈ ਕਿ ਕੈਨੇਡਾ ਆਉਣ ਦੇ ਬਹੁਤ ਸਾਰੇ ਤਰੀਕੇ ਹੈ। ਕੁਝ ਲੋਕ ਆਉਂਦੇ ਆ ਸਟੂਡੈਂਟ ਵੀਜ਼ਾ ਦੇ ਉੱਤੇ, ਕੁਝ ਆਉਂਦੇ ਆ ਟੂਰਿਸਟ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਲਗਵਾ ਕੇ, ਐਂਡ ਕੁਝ ਆਉਂਦੇ ਆ ਵਰਕ ਪਰਮਿਟ ਲਗਵਾ ਕੇ। ਉੱਦਾਂ ਹੀ ਆਪਣੇ ਕੋਲ ਇੱਕ ਆਪਸ਼ਨ ਹੁੰਦੀ ਹੈ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਕੇ ਇੱਥੇ ਪਰਮਨੈਂਟ ਰੈਜ਼ੀਡੈਂਟ ਬਣ ਕੇ ਆਉਣ ਦੀ, ਮੀਨਸ ਪੱਕੇ ਤੌਰ 'ਤੇ ਕੈਨੇਡਾ ਆਉਣ ਦੀ, ਜਿਸ ਦੇ ਵਿੱਚ ਆ ਕੇ ਤੁਹਾਨੂੰ ਇੱਥੇ ਕੁਝ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿ ਤੁਹਾਨੂੰ ਫੀਸਾਂ ਭਰਨ ਦੀ ਜ਼ਰੂਰਤ ਨਹੀਂ ਹੈ ਜਾਂ ਕੁਝ ਵੀ ਇੱਦਾਂ ਦਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਉੱਥੋਂ ਹੀ ਆਪਣੀਆਂ ਇੰਡੀਆ ਤੋਂ ਹੀ ਆਪਣੀਆਂ ਟੈਨਸ਼ਨਾਂ ਸਾਰੀਆਂ ਨਿਬੇੜ ਕੇ ਕੈਨੇਡਾ ਦੇ ਵਿੱਚ ਆ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਦੇ ਹੋ। ਸੋ ਮੈਂ ਆਪਣੀ ਪਰਮਨੈਂਟ ਰੈਜ਼ੀਡੈਂਟ ਬਣਨ ਦੀ ਜਰਨੀ ਦੀ ਸ਼ੁਰੂਆਤ ਕੀਤੀ ਸੀ 2019 ਦੇ ਵਿੱਚ, 2019। ਆਈ ਨੋ ਇਟ ਟੁਕ ਮੀ ਅ ਲੌਂਗ ਟਾਈਮ, ਇਟਸ ਬੀਨ 4 years, ਕਿ ਮੈਨੂੰ 4 ਸਾਲ ਲੱਗੇ ਇੱਥੇ ਪਹੁੰਚਣ ਨੂੰ, ਬਟ ਇਟ ਵਾਜ਼ ਫॉर द ऑबवियस ਰੀਜ਼ਨ, ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ 2020 ਦੇ ਵਿੱਚ ਕੋਵਿਡ ਹਿੱਟ ਕੀਤਾ ਸੀ ਐਂਡ ਉਸ ਟਾਈਮ ਦੇ ਉੱਤੇ ਹਰ ਇੱਕ ਪ੍ਰੋਫਾਈਲ ਦੇ ਵਿੱਚ, ਚਾਹੇ ਕੋਈ ਇੰਡੀਆ ਤੋਂ ਕੈਨੇਡਾ ਆਉਣਾ ਚਾਹੁੰਦਾ ਸੀ, ਚਾਹੇ ਕੈਨੇਡਾ ਤੋਂ ਇੰਡੀਆ ਵਾਪਸ ਜਾਣਾ ਚਾਹੁੰਦਾ ਸੀ ਆਪਣੇ ਦੇਸ਼ ਦੇ ਵਿੱਚ, ਤਾਂ ਹਰੇਕ ਨੂੰ ਦਿੱਕਤਾਂ ਆਈਆਂ ਸੀਗੀਆਂ। ਤਾਂ ਉਸ ਟਾਈਮ ਦੇ ਉੱਤੇ ਹਰ ਇੱਕ ਤਰ੍ਹਾਂ ਦੀ ਪ੍ਰੋਫਾਈਲ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ ਉਹ ਬਹੁਤ ਜ਼ਿਆਦਾ ਜਾ ਰਿਹਾ ਸੀਗਾ। ਸੋ ਇਟ ਟੁਕ ਮੀ ਅਰਾਊਂਡ 4 years ਟੂ ਰੀਚ ਹੇਅਰ। ਸੋ ਜਦੋਂ ਮੈਂ 2019 ਦੇ ਵਿੱਚ ਫਾਈਲ ਸਟਾਰਟ ਕੀਤੀ ਸੀਗੀ ਤਾਂ ਉਸ ਟਾਈਮ ਦੇ ਉੱਤੇ ਮੇਰੇ ਕੋਲ ਪ੍ਰੋਪਰ ਨੌਲੇਜ ਨਹੀਂ ਸੀ ਕਿ ਮੈਂ ਕਿਸ ਤਰੀਕੇ ਨਾਲ ਪਰਮਨੈਂਟ ਰੈਜ਼ੀਡੈਂਟ ਬਣ ਕੇ ਆ ਸਕਦੀ ਹਾਂ। ਮੈਂ ਇੰਡੀਆ ਦੇ ਵਿੱਚ ਵੀ ਆਪਣੇ ਕਰੀਅਰ ਦੇ ਉੱਤੇ ਬਹੁਤ ਫੋਕਸ ਕਰ ਰਹੀ ਸੀ, ਬਿਕਾਜ਼ ਆਈ ਯੂਜ਼ ਟੂ ਟੀਚ, ਆਈ ਵਾਜ਼ ਅ ਲੈਂਗੁਏਜ ਟੀਚਰ। ਮੈਂ ਬੱਚਿਆਂ ਨੂੰ ਆਇਲਸ ਟੀਚ ਕਰਵਾਉਂਦੀ ਸੀਗੀ, ਤਾਂ ਮੇਰਾ ਇੰਟਰਸਟ ਬਣਦਾ ਗਿਆ। ਮੈਨੂੰ ਇਹ ਸੀਗਾ ਕਿ ਮੈਂ ਇੱਕ ਪੱਕੇ ਤੌਰ 'ਤੇ ਹੀ ਕੈਨੇਡਾ ਜਾਣਾ, ਬਿਕਾਜ਼ ਆਈ ਡਿਡਨਟ ਵਾਂਟ ਟੂ ਲਾਈਕ ਗੋ ਇਨ ਸਟੱਡੀਜ਼ ਐਂਡ ਐਵਰੀਥਿੰਗ, ਬਿਕਾਜ਼ ਮੈਂ ਇੰਡੀਆ ਦੇ ਵਿੱਚ ਵੀ ਸਟੱਡੀ ਕਰ ਚੁੱਕੀ ਸੀ, ਮੈਂ ਗ੍ਰੈਜੂਏਸ਼ਨ ਕਰ ਚੁੱਕੀ ਸੀ, ਤਾਂ ਮੈਂ ਹੋਰ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ ਸੀ ਸਟੱਡੀਜ਼ ਦੇ ਵਿੱਚ, ਬਿਕਾਜ਼ ਮੈਂ ਅਰਨ ਕਰਨਾ ਚਾਹੁੰਦੀ ਸੀ, ਰਾਈਟ। ਸੋ ਉਸ ਟਾਈਮ ਦੇ ਉੱਤੇ ਮੈਂ ਸੋਚਿਆ ਕਿ ਕਿਉਂ ਨਾ ਪਰਮਨੈਂਟ ਰੈਜ਼ੀਡੈਂਟ ਬਣ ਕੇ ਹੀ ਕੈਨੇਡਾ ਜਾਇਆ ਜਾ ਸਕੇ। ਸੋ ਐਜ਼ ਆਈ ਹੈਵ ਸਮ ਲਿੰਕਸ ਇਨ ਕੈਨੇਡਾ, ਜਿਸ ਤੋਂ ਮੈਨੂੰ ਪਤਾ ਲੱਗਾ ਕਿ ਕੈਨੇਡਾ ਅਗਰ ਤੁਸੀਂ ਪੱਕੇ ਤੌਰ 'ਤੇ ਆਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਮੋਸਟ ਕਾਮਨ 2 ਮੈਥਡਸ ਹੈ। One is through PNP, ਜਿਹਨੂੰ ਆਪਾਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕਹਿੰਦੇ ਆ, ਐਂਡ ਸੈਕੰਡ ਵਨ ਇਜ਼ ਥਰੂ ਐਕਸਪ੍ਰੈਸ ਐਂਟਰੀ। ਸੋ ਮੈਂ ਦੋਨੋਂ ਮੈਥਡਸ ਬਾਰੇ ਰਿਸਰਚ ਕਰਨੀ ਸ਼ੁਰੂ ਕੀਤੀ, ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਆਈ ਐਮ ਮੋਰ ਐਲੀਜੀਬਲ ਟੂਵਰਡਸ PNP ਥਿੰਗ, ਬਿਕਾਜ਼ ਐਕਸਪ੍ਰੈਸ ਐਂਟਰੀ ਵਾਸਤੇ ਤੁਹਾਡੇ ਕੋਲ ਸਕਿੱਲ ਹੋਣੀ ਚਾਹੀਦੀ ਹੈ, ਰਾਈਟ। Plus you need to score like 8777 band score in IELTS, in journal training IELTS, and you need more experience in your work field, means ਜਿਸ ਫੀਲਡ ਦੇ ਵਿੱਚ ਤੁਸੀਂ ਸਟੱਡੀ ਕੀਤੀ ਹੈ ਉਸ ਦੇ ਵਿੱਚ ਘੱਟੋ ਘੱਟ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਤਾਂ ਹੋਣਾ ਚਾਹੀਦਾ ਸੇਮ ਫੀਲਡ ਦੇ ਵਿੱਚ। ਪਲੱਸ ਅਗਰ ਤੁਹਾਡੇ ਕੋਲ ਜ਼ਿਆਦਾ ਐਕਸਪੀਰੀਅੰਸ ਹੈ ਤਾਂ ਤੁਹਾਡੇ ਲਈ ਡੈਫੀਨੇਟਲੀ ਕਿਤੇ ਨਾ ਕਿਤੇ ਬੈਨੀਫੀਸ਼ੀਅਲ ਹੁੰਦਾ ਹੈ। ਸੋ ਆਈ ਵਾਜ਼ ਵੈਰੀ ਯੰਗ ਐਟ ਦੈਟ ਮੂਮੈਂਟ, ਲਾਈਕ ਆਈ ਵਾਜ਼ ਇਨ ਮਾਈ 20s। ਸੋ ਮੇਰੇ ਕੋਲ ਇੰਨਾ ਮੇਰੇ ਵਰਕ ਐਕਸਪੀਰੀਅੰਸ ਨਹੀਂ ਸੀਗਾ, ਜਿਸ ਕਰਕੇ ਮੈਨੂੰ ਥੋੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਸਿੱਧਾ ਅਪਲਾਈ ਕਰਨ ਦੀ ਦਿੱਕਤ ਆ ਰਹੀ ਸੀ। ਸੋ ਮੈਂ ਆਪਸ਼ਨ ਚੂਜ਼ ਕੀਤੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ। ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਹਰ ਇੱਕ ਪ੍ਰੋਵਿੰਸ ਦੇ ਅਲੱਗ-ਅਲੱਗ ਰੂਲਸ ਹੈ, ਕਿ ਅਗਰ ਤੁਸੀਂ ਇੱਕ ਪਾਰਟਿਕੂਲਰ ਪ੍ਰੋਵਿੰਸ ਲਾਈਕ ਓਨਟਾਰੀਓ ਇਜ਼ देयर,
Manitoba is there, British Columbia is there, Alberta is there. अगर तुसी किसी भी प्रोविंस ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਲੈਣੀ ਹੈ ਤਾਂ ਤੁਹਾਨੂੰ ਉਸ ਪ੍ਰੋਵਿੰਸ ਦੇ ਰੂਲਸ ਨੂੰ ਫੋਲੋ ਕਰਦੇ ਹੋਏ ਹੀ ਪਰਮਨੈਂਟ ਰੈਜ਼ੀਡੈਂਸੀ ਮਿਲ ਸਕਦੀ ਹੈ, ਰਾਈਟ। ਸੋ ਮੈਂ ਚੂਜ਼ ਕੀਤੀ ਮੈਨੀਟੋਬਾ ਪ੍ਰੋਵਿੰਸ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਪੀਆਰ ਹੋਣਾ ਬਹੁਤ ਹੀ ਜ਼ਿਆਦਾ ਈਜ਼ੀ ਹੈ, ਬਿਕਾਜ਼ ਇਟਸ ਅ ਅਨਡਿਵੈਲਪਡ ਪ੍ਰੋਵਿੰਸ, ਇਟਸ ਡੈਫੀਨੇਟਲੀ ਅ ਡਿਵੈਲਪਡ ਪ੍ਰੋਵਿੰਸ, ਬਟ ਉੱਥੇ ਉਹਨਾਂ ਨੂੰ ਹੋਰ ਇਮੀਗ੍ਰੈਂਟਸ ਦੀ ਜ਼ਰੂਰਤ ਹੈ, ਜਿਸ ਕਰਕੇ ਉੱਥੇ ਵੀਜ਼ਾ obtain ਕਰਨਾ ਥੋੜਾ ਈਜ਼ੀ ਸੀਗਾ। ਸੋ one of my relatives sponsored me for PNP, ਜਿਸ ਦੇ ਵਿੱਚ ਤੁਹਾਨੂੰ ਕੋਈ ਵੀ ਤੁਹਾਡਾ ਬਲੱਡ ਰਿਲੇਟਿਵ ਹੈ, ਚਾਹੇ ਤੁਹਾਡਾ ਫਸਟ ਕਜ਼ਨ ਹੈ, ਤੁਹਾਡਾ ਬ੍ਰਦਰ ਸਿਸਟਰ ਹੈ, ਤੁਹਾਡੇ ਅੰਕਲ ਆਂਟ ਹੈ, they should be your blood relative or one of your friends, they can sponsor you, ਜਿਸ ਦੇ ਵਿੱਚ ਅਗਰ ਤੁਹਾਡਾ ਕੋਈ ਸਿਬਲਿੰਗ ਹੈ, ਮੀਨਸ ਬ੍ਰਦਰ ਔਰ ਸਿਸਟਰ ਹੈ, ਤਾਂ ਉਹਦੇ ਤੁਹਾਨੂੰ ਜ਼ਿਆਦਾ ਪੁਆਇੰਟਸ ਮਿਲਦੇ ਹੈ, ਫਸਟ ਕਜ਼ਨ ਦੇ ਵੀ ਤੁਹਾਨੂੰ ਪੁਆਇੰਟਸ ਮਿਲਦੇ ਆ, ਅੰਕਲ ਆਂਟ ਦੇ ਵੀ ਤੁਹਾਨੂੰ ਪੁਆਇੰਟਸ ਮਿਲਦੇ ਆ, ਪਲੱਸ ਇਫ ਤੁਸੀਂ ਕਿਸੇ ਫਰੈਂਡ ਤੋਂ ਸਪਾਂਸਰਸ਼ਿਪ ਲੈ ਰਹੇ ਹੋ ਤਾਂ ਉਸਦੇ ਵੀ ਤੁਹਾਨੂੰ ਪੁਆਇੰਟਸ ਮਿਲਦੇ ਆ, ਬਟ ਹਰੇਕ ਦੇ ਪੁਆਇੰਟ ਦੀ ਜਿਹੜੀ ਵੈਲਿਊ ਹੈ ਉਹ ਅਲੱਗ-ਅਲੱਗ ਹੈ, ਰਾਈਟ। ਸੋ ਮੈਨੂੰ ਸਪਾਂਸਰ ਕੀਤਾ ਮੇਰੇ ਫਸਟ ਕਜ਼ਨ ਨੇ, ਜਿਸ ਦੇ ਵਿੱਚ ਮੈਨੂੰ ਫੈਮਿਲੀ ਸਪਾਂਸਰਸ਼ਿਪ ਦੇ ਪੁਆਇੰਟਸ ਮਿਲੇ, ਐਜ਼ ਵੈਲ ਐਜ਼ ਮੈਂ ਆਪਣੀ ਸਟੱਡੀ ਦੇ प्लस मेरे आइल्स से एज ए स्कोर 99 बैंड स्कोर इन आइल्स, तो मेरा क्लब 10 बन रहा सीगा, तो मैनू मैक्सिमम पॉइंट्स मिले मेरी लैंग्वेज से प्लस मेरे वर्क एक्सपीरियंस से। एज आई हैव माई बैकग्राउंड इन लाइक मैडिकल स्ट्रीम, मैं बैचलर्स ऑफ मैडिकल की सीगी इंडिया दे विच, प्लस आई वॉज वर्किंग इन हैल्थ केयर प्रोफैशन, जिस दे विच मैं एक हॉस्पिटल दे विच एडमिनिस्ट्रेटिव असिस्टेंट की पोजीशन दे उत्ते सीगी, तां मैं उस सब चीज़ां नूं काउंट करते हुए एडमिनिस्ट्रेटिव लैवल दे नो कोड दे विच अप्लाई किया। सो मैं एप्लीकेशन अपनी अप्लाई की सीगी मई 2019 ਦੇ ਵਿੱਚ, ਐਂਡ 2 ਮਹੀਨੇ ਬਾਅਦ ਹੀ ਮੈਨੂੰ ਕਾਲ ਆ ਗਈ ਫॉर द प्रोविंशियल नॉमिनेशन। आई वॉज नॉमिनेटेड बाय द प्रोविंस। यूजली ਇਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ ਟੇਕਸ ਅਰਾਊਂਡ ਲਾਈਕ 6 months to 8 months, ਜਿਸ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਉਂਦਾ ਹੈ ਪ੍ਰੋਵਿੰਸ ਦੇ ਵੱਲੋਂ ਕਿ ਤੁਸੀਂ ਉਸ ਪਾਰਟਿਕੂਲਰ ਪ੍ਰੋਵਿੰਸ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਹੋ। ਬਟ ਆਈ ਵਾਜ਼ ਲੱਕੀ ਐਟ ਦੈਟ ਮੋਮੈਂਟ ਕਿ ਮੈਨੂੰ 2 ਮਹੀਨੇ ਦੇ ਵਿੱਚ ਹੀ ਜਿਹੜੀ ਇਨਵੀਟੇਸ਼ਨ ਸੀਗਾ ਉਹ ਆ ਗਿਆ ਸੀਗਾ। ਬਟ ਇਨਵੀਟੇਸ਼ਨ ਆਉਣ ਤੋਂ ਬਾਅਦ ਬਹੁਤ ਸਾਰੇ ਸਟੈਪਸ ਹੁੰਦੇ ਨੇ ਦੈਟ ਯੂ ਹੈਵ ਟੂ ਫੋਲੋ। ਸੋ ਉਹ ਸਟੈਪਸ ਦੇ ਵਿੱਚ ਵੈਨ ਆਈ ਵਾਜ਼ ਫੋਲੋਇੰਗ ਦੋਜ਼ ਸਟੈਪਸ, ਤਾਂ ਮੈਂ ਆਪਣੀ ਪ੍ਰੋਫਾਈਲ सबमिट की इनविटेशन आने तो बाद, जो भी उन्होंने मेरे को डॉक्यूमेंट्स मंगे सीगे, मैं सारे डॉक्यूमेंट्स नूं सबमिट किया, बट सडनली 2020 दे विच कोविड हिट किया, जिस दे कारण मेरी प्रोफाइल गॉट स्टक एंड इट वॉज इन द बैकलॉग ऑफ IRCC, क्योंकि इस टाइम के उत्ते IRCC ने प्रोसैस करना बंद करता सीगा कुछ समय वास्ते। प्लस जदों उन्होंने फाइल्स नूं दोबारा ओपन करना शुरू किया तो उन्होंने प्रायोरिटी दी स्टूडेंट्स नूं, जिस दे विच जिवें आपां सब नूं पता है कि 1-1.5 साल तक कोई भी काम नहीं होया, सो 1-1.5 साल बाद भी उन्होंने प्रायोरिटी करनी शुरू की स्टूडेंट्स नूं। स्टूडेंट वीज़ाज ज़्यादा आ रहे सीगे, फिर हौली हौली विजिटर वीज़े आने शुरू होए, उस तो बाद जाके उन्होंने परमनेंट रेजिडेंस नूं अप्रूव करना शुरू किया। सो जदों कोविड खत्म होया तो मेरी प्रोफाइल के उत्ते दोबारा काम होना शुरू होया, उस टाइम के उत्ते मैनूं सब तो पहला आई मैडिकल रिक्वेस्ट, क्योंकि आपां नूं पता है कि किसी भी दूसरी कंट्री च जाने वास्ते वी नीड टू लाइक फुलफिल द रिक्वायरमेंट्स, एंड उस दे विच एक बहुत ही इंपॉर्टेंट स्टैप हुंदा है मैडिकल रिक्वेस्ट का। सो मैं अपना मैडिकल करवा के सबमिट किया। उस तो बाद मैनूं आई बायोमैट्रिक रिक्वेस्ट। बायोमैट्रिक भी एक कैनेडा वास्ते बहुत ही एसेंशियल है, बिकॉज अगर तुसीं कैनेडा आना है तो तुहानूं उत्थे अपने फिंगर प्रिंट्स सबमिट करवाने पैंदे एम्बैसी दे विच, राइट। सो आफ्टर मैडिकल रिक्वेस्ट मैनूं बायोमैट्रिक रिक्वेस्ट आई, एंड आफ्टर दैट आई हैड टू वेट अलॉन्ग। इस दे नाल ही क्योंकि टाइम ज़्यादा पै रहा सीगा तो मेरे एक्सपीरियंस के पॉइंट्स भी वधदे गए, जो कि मैं नाल दी नाल अपडेट करती रही। जो भी मेरे स्टेटस दे विच चेंज आंदा सी मैं नाल दी नाल फाइल दे विच अपडेट करती गई। उस तो बाद आई वॉज वेटिंग, क्योंकि फिर कुछ समय वास्ते लाइक फॉर 3-4 मंथ्स मैनू कोई भी रिप्लाई नहीं आया। उस तो बाद आई स्टार्टिड रेजिंग द वेब फॉर्म्स, क्योंकि मैनू रिजल्ट चाहिए सी, बिकॉज आई हैड टू स्टार्ट समथिंग कि ईदर आई हैव टू वेट फॉर माई परमनेंट रेजिडेंट इन कैनेडा और मैं अपने होर करियर के उत्ते फोकस कर सकती सी इंडिया दे विच, बिकॉज आई हैड द ऑप्शन उस टाइम के उत्ते। दैन आई स्टार्टिड फोकसिंग ऑन माई करियर फॉर द मोमेंट इन कैनेडा, बट दैन इन November 2022 in the morning I got an email that my permanent residency got approved, and I was so happy at that moment, because obviously अगर तुसी किसी चीज़ बारे सोचा होवे ते तुहानूं मिल जे तो इस तो वड्डी खुशी दी गल कोई होर हुंदी नहीं है। So I got my permanent residency in November 2023 and I landed in Canada in 29th of November 2023.
So that was my journey from India to Canada. I became permanent resident of Canada from India, that is outside of Canada. ਸੋ ਅਗਰ ਤੁਸੀਂ ਵੀ ਮੇਰੇ ਵਾਂਗ ਸੁਪਨਾ ਰੱਖਦੇ ਹੋ ਕੈਨੇਡਾ ਆਉਣ ਦਾ ਐਂਡ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡੈਫੀਨੇਟਲੀ ਇਸ ਚੀਜ਼ ਬਾਰੇ ਰਿਸਰਚ ਕਰ ਸਕਦੇ ਹੋ ਐਂਡ ਇਟਸ ਨਾਟ ਦੈਟ ਡਿਫਿਕਲਟ ਯੂ ਜਸਟ ਨੀਡ ਟੂ ਹੈਵ ਪੇਸ਼ੈਂਸ ਬਿਕਾਜ਼ ਇਸ ਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਯੂਜਲੀ ਇੱਕ ਇੰਨਾ ਲੰਬਾ ਪ੍ਰੋਸੈਸ ਨਹੀਂ ਹੈ ਇਟ ਯੂਜਲੀ ਟੇਕਸ ਲਾਈਕ 6 months to 1.5 year of time but if ਕੋਈ ਦਿੱਕਤ ਆ ਜਾਏ like the COVID thing it was unpredictable ਤਾਂ ਇਹ ਜ਼ਿਆਦਾ ਟਾਈਮ ਵੀ ਲੈ ਸਕਦਾ ਹੈ तो इस चीज़ बारे तुसी होर रिसर्च कर सकते हो as well as if you want to get more information about this thing you can email me at the given email as well as you can drop in the comment section. I will answer your questions in the next video. So till then, see ya, and for more videos like this you can subscribe my YouTube channel and press the bell icon to get notified about the upcoming videos. Thank you.